ਪੰਜਾਬ ਮਿਲ ਟੀਵੀ USA ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਤੇਜਪਾਲ ਸਿੰਘ ਮਨਹਾਸ ਤੇ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਜੰਕਸ਼ਨ। ਸਰਦਾਰ ਨਰਿੰਦਰ ਸਿੰਘ ਸੱਤੀ ਹੁਣੀ ਸਾਡੇ ਪ੍ਰੋਗਰਾਮ 'ਤੇ ਪਹੁੰਚ ਚੁੱਕੇ ਆ। ਉਹਨਾਂ ਨੂੰ ਆਪਾਂ ਜੀ ਆਇਆਂ ਕਹੀਏ। ਸੱਤੀ ਸਾਹਿਬ ਜੀ ਆਇਆਂ ਨੂੰ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸੱਤੀ ਸਾਹਿਬ ਡਾਕਟਰ ਸੁਰਜੀਤ ਪਾਤਰ ਉਹਨਾਂ ਦੀਆਂ ਲਾਈਨਾਂ ਆ ਜੀ ਜਿਹੜੀਆਂ ਮੈਨੂੰ ਲੱਗਦਾ ਹਰ ਪੰਜਾਬੀ ਨੇ ਅੱਜ ਤੱਕ ਸੁਣੀਆਂ ਹੋਣਗੀਆਂ। ਜਿਹਨੇ ਨਹੀਂ ਸੁਣੀਆਂ ਇਹਦਾ ਮਤਲਬ ਉਹ ਬਹੁਤਾ ਲਿਟਰੇਚਰ ਨਾਲ ਪਿਆਰ ਕਰਨ ਵਾਲਾ ਬੰਦਾ ਨਹੀਂ। ਸਾਰੀ ਜਨਤਾ ਸਾਹਿਤ ਨਾਲ ਜੁੜੀ ਨਹੀਂ ਨਾ ਹੁੰਦੀ ਜੀ। ਬਿਲਕੁਲ ਜੀ। ਤੇ ਫਿਰ ਵੀ ਚਲੋ ਅਸੀਂ ਜ਼ਰੂਰ ਸੁਣਾਵਾਂਗੇ ਉਹਨਾਂ ਨੂੰ। ਜੀ ਜੀ। ਉਹ ਕਹਿੰਦੇ ਕੁਛ ਕਿਹਾ ਤਾਂ ਹਨੇਰਾ ਜਰੇਗਾ ਕਿਵੇਂ, ਚੁੱਪ ਰਿਹਾ ਤਾਂ ਸ਼ਮਾਦਾਨ ਕੀ ਕਹਿਣਗੇ, ਗੀਤ ਦੀ ਮੌਤ ਇਸ ਰਾਤ ਜੇ ਹੋ ਗਈ, ਮੇਰਾ ਜੀਣਾ ਮੇਰੇ ਯਾਰ ਕਿੰਝ ਸਹਿਣਗੇ। ਜੀ। ਇਹ ਲਾਈਨਾਂ ਇੱਕ ਰੌਸ਼ਨੀ ਵੰਡਦੇ ਬੰਦੇ ਦੇ ਖਾਬ ਖਿਆਲ ਨੇ ਜੀ। ਤੇ ਅੱਜ ਜਿਹੜੇ ਰੌਸ਼ਨੀ ਵੰਡਣ ਵਾਲੇ ਦਿਮਾਗ ਨੇ, ਕੀ ਸਰਕਾਰ ਉਹਨਾਂ ਨੂੰ ਹਨੇਰਿਆਂ 'ਚ ਗਵਾਉਣ ਦੀ ਕੋਸ਼ਿਸ਼ ਨਹੀਂ ਕਰ ਰਹੀ, ਜਾਂ ਉਹਨਾਂ ਨੂੰ ਬੇਲੋੜੇ ਕੇਸ ਪਾ ਕੇ ਉਹਨਾਂ ਨੂੰ ਅੰਦਰ ਨਹੀਂ ਡੱਕ ਰਹੀ? ਤੇਜਪਾਲ ਜੀ, ਇਸ ਵੇਲੇ ਕੇਂਦਰੀ ਹਕੂਮਤ ਆ ਜਿਹੜੀ ਸਾਡੀ, ਇਸ ਤੋਂ ਨੀਵੇਂ ਪੱਧਰ 'ਤੇ ਨਹੀਂ ਆ ਸਕਦੀ ਜੀ ਸਿਆਸਤ। ਭਈ ਜਿਹੜੀ ਵੀ ਵਿਰੋਧੀ ਆਵਾਜ਼ ਆ ਦੇਸ਼ ਵਿਦੇਸ਼ 'ਚੋਂ ਕਿਤਿਓਂ ਉੱਠਦੀ ਆ ਜੀ। ਮਸਲਨ ਗ੍ਰੇਟਾ ਥਨਬਰਗ ਹੋਰੀ, ਬਿਲਕੁਲ, ਕਮਲਾ ਹੈਰਿਸ ਦੀ ਭਤੀਜੀ ਮੀਨਾ ਹੈਰਿਸ ਹੋਰੀ, ਜਾਂ ਰੀਰੀ ਹੋਰੀ ਜਿਹੜੇ ਉਹ ਪੌਪ ਗਾਇਕਾ ਆ, ਰਿਹਾਨਾ ਰੀਰੀ ਉਹਦਾ ਛੋਟਾ ਨਾਂ ਆ। ਉਹਨਾਂ ਦੁਆਲੇ ਸਾਡੇ ਵਿਦੇਸ਼ ਮੰਤਰਾਲੇ ਨੂੰ ਨਿਤਰਨਾ ਪਵੇ। ਬਿਲਕੁਲ ਠੀਕ ਹੈ। ਕਿਤੇ ਕੁਛ ਹੁੰਦੀ ਆ ਵਿਦੇਸ਼ ਮੰਤਰਾਲਾ, ਵਿਦੇਸ਼ਾਂ 'ਚ ਕਿਤੇ ਵਿਰੋਧ ਹੁੰਦਾ, ਔਰ IT ਸੈੱਲ ਭਾਜਪਾ ਦਾ ਸਰਗਰਮ ਹੋ ਜਾਂਦੇ ਆ, ਸਾਰੀ ਸਰਕਾਰ ਹੀ ਸਰਗਰਮ ਹੋ ਜਾਂਦੀ ਆ। ਦੇਖੋ ਕਹਿੰਦੇ ਹੁੰਦੇ ਆ ਭਈ ਨਿੰਦਕ ਨੇੜੇ ਰਾਖੀ ਹੈ, ਗੁਰਬਾਣੀ ਕਹਿੰਦੀ ਆ ਭਈ ਭਾਈ ਜਿਹੜਾ ਆਲੋਚਨਾ ਕਰਨ ਵਾਲਾ ਨਾ ਉਹਨੂੰ ਆਪਣਾ ਮਿੱਤਰ ਸਮਝੋ। ਬਿਲਕੁਲ ਠੀਕ ਹੈ। ਸੋ ਕਿਸਾਨ ਦੀ ਕੋਈ ਮਤਲਬ ਜਿਹੜੀ ਇਸ ਵੇਲੇ ਸਾਡੀ ਕੇਂਦਰ ਸਰਕਾਰ ਦੀ ਕੋਈ ਵੀ ਵਿਰੋਧੀ ਸਿਰ ਉੱਠਦੀ ਆ ਜਾਂ ਆਲੋਚਨਾ ਵਾਲੀ ਸੁਰ ਉੱਠਦੀ ਆ, ਉਹਨੂੰ ਫੜ ਕੇ ਅੰਦਰ ਦੇਣ ਦਾ ਬਿਲਕੁਲ ਤਾਜ਼ੀਆਂ ਉਦਾਹਰਨਾਂ ਆ। ਵੀ 22 ਸਾਲਾਂ ਦੀ ਕੁੜੀ, ਜਿਹੜਾ DGP ਦਿੱਲੀ ਪੁਲਿਸ ਦਾ ਕਮਿਸ਼ਨਰ ਦਿਸ਼ਾ ਰਵੀ ਦੀ ਗੱਲ ਕਰਦਾ, ਉਹ ਬਿਆਨ ਦਿੰਦਾ ਵੀ ਕੋਈ ਐਡੀ ਉਮਰ ਨਹੀਂ, ਉਹਨੂੰ ਅਸੀਂ ਕਿਸੇ ਆਧਾਰ 'ਤੇ ਫੜਿਆ ਹੈਗਾ, ਛੋਟੀ ਉਮਰ ਦਾ ਅਤੇ ਵੱਡੀ ਉਮਰ ਦਾ ਕੋਈ ਫਰਕ ਨਹੀਂ ਹੁੰਦਾ ਹੈਗਾ ਅਪਰਾਧੀ ਲਈ। ਠੀਕ ਹੈ। ਤਾਂ ਉਸ ਪਿੱਛੋਂ ਇਹੋ ਜਿਹੀਆਂ ਹੋਰ ਘਟਨਾਵਾਂ ਹੁੰਦੀਆਂ ਨੇ। ਨਾਲ ਦੀ ਨਾਲ ਸ਼ਾਂਤਨੂ ਨਿਕਿਤਾ ਜੈਕਬ ਹੋਰਾਂ ਨੂੰ ਉਹਨਾਂ 'ਚੋਂ ਕਹਿੰਦੇ ਹੁਣ ਇੱਕ ਦੀ ਜ਼ਮਾਨਤ ਹੋ ਗਈ ਆ, ਤੇ ਉਹਨਾਂ ਦੇ ਵੀ ਵਾਰੰਟ ਕੱਢ ਦਿੱਤੇ। ਸ਼ਾਂਤਨੂ ਦੀ ਜ਼ਮਾਨਤ ਹੋ ਗਈ ਹੈ, ਤੇ ਨਿਕਿਤਾ ਜੈਕਬ ਜਿਹੜੀ ਹੈਗੀ ਆ ਵਕੀਲ ਨੇ ਮਹਾਰਾਸ਼ਟਰ ਤੋਂ, ਬੰਬੇ ਤੋਂ, ਉਹਨਾਂ ਦਾ ਪੈਂਡਿੰਗ ਪਿਆ ਅੱਜ ਮੇਰੇ ਖਿਆਲ ਉਹਦਾ। ਸੋ ਸਰਕਾਰ ਡਰਾਉਣ 'ਤੇ ਆ ਗਈ ਆ, ਲੋਕਾਂ ਨੂੰ ਡਰਾਉਣ ਧਮਕਾਉਣ 'ਤੇ। ਕਿਸਾਨ ਮੋਰਚੇ ਤੋਂ ਬੁਖਲਾਈ ਹੋਈ ਸਰਕਾਰ ਜਿਹੜੀ ਨਾ ਅੱਕੀ ਪੜਾਹੀ ਹੱਥ ਮਾਰਨ ਡਈ ਆ ਜੀ। ਕੱਲ੍ਹ ਗੜੀ ਸਾਂਪਲਾ ਦੇ ਵਿੱਚ, ਜ਼ਿਲ੍ਹਾ ਰੋਹਤਕ ਦੇ ਵਿੱਚ ਮਹਾਪੰਚਾਇਤ ਸੀ, ਉੱਥੇ ਸਾਰੇ ਆਗੂ, ਕਿਸਾਨ ਆਗੂ ਇਕੱਠੇ ਸੀ। ਟਕੈਤ ਸਾਹਿਬ ਨੇ ਕਿਹਾ ਵੀ ਸਾਡੇ ਕੇਂਦਰੀ ਹਾਕਮ ਲੋਕਾਂ ਨੂੰ ਧਰਮ ਤੇ ਜਾਤਾਂ ਦੇ ਨਾਂ 'ਤੇ ਵੰਡਣ ਦੀ ਕੋਸ਼ਿਸ਼ ਕਰ ਰਹੇ ਆ ਜੀ, ਪਰ ਅਸੀਂ ਸਫਲ ਨਹੀਂ ਹੋਣ ਦਿੱਤੇ, ਨਾ ਸਫਲ ਹੋਣ ਦੇਵਾਂਗੇ ਜੀ। ਉਹਨਾਂ ਨੇ ਲੋਕਾਂ ਨੂੰ ਇਕਜੁੱਟ ਹੋਣ ਦਾ ਸੱਦਾ ਦਿੱਤਾ ਹੈਗਾ। ਬਿਲਕੁਲ। ਔਰ ਕਿਹਾ ਵੀ ਜਿਹੜਾ ਫੁੱਟ ਪਾਉਂਦੇ ਨੇ ਅਨਸਰ ਕਿਸਾਨਾਂ 'ਚ, ਉਹਨਾਂ ਤੋਂ ਦੂਰ ਰਹੋ। ਸੋ ਇਸੇ ਤਰ੍ਹਾਂ ਰਾਜੇਵਾਲ ਸਾਹਿਬ ਨੇ ਕਿਹਾ ਵੀ ਇਹ ਅੰਦੋਲਨ ਹੁਣ ਪੂਰੇ ਦੇਸ਼ ਦਾ ਅੰਦੋਲਨ ਬਣ ਚੁੱਕਾ ਹੈਗਾ ਜੀ। ਤਾਂ ਉਹਦੇ ਨਾਲ ਪੰਜਾਬ ਦੇ ਵਿੱਚ ਜਿਹੜੀਆਂ ਮਹਾਪੰਚਾਇਤਾਂ ਹੋਣੀਆਂ ਸੀ, ਉਹ ਮੁਲਤਵੀ ਕਰ ਦਿੱਤੀਆਂ ਗਈਆਂ। ਇਹ ਕਹਿੰਦੇ ਅਸੀਂ ਹੁਣ ਗੁਜਰਾਤ ਅਤੇ ਬੰਗਾਲ ਦੇ ਵਿੱਚ ਜਾ ਕੇ ਸਰਕਾਰ ਦੇ ਪੋਤੜੇ ਜਿਹੜੇ ਆ ਉਹ ਫਰੋਲਾਂਗੇ। ਸੋ ਇਸ ਤਰ੍ਹਾਂ ਜਿਹੜੀਆਂ ਵਿਰੋਧੀ ਸਿਰਾਂ ਉੱਠਦੀਆਂ, ਕਹਿੰਦੇ ਆ ਵੀ ਚੁੱਪ ਰਹਿਣਾ। ਪਿਛਲੇ ਦਿਨ ਨਸੀਰੂਦੀਨ ਸ਼ਾਹ ਹੋਰੀ ਕਿਹਾ ਸੀ ਬਿਲਕੁਲ ਵੀ ਉਹ ਵੀ ਗੁਨਾਹ ਵਿੱਚ ਸ਼ਾਮਲ ਹੋਣਾ ਹੀ ਹੁੰਦਾ। ਤਾਂ ਜਿਹੜਾ ਕੋਈ ਮਨੁੱਖੀ ਸਰੋਕਾਰਾਂ ਨੂੰ ਪਨਾਇਆ ਹੋਇਆ ਮਨੁੱਖ ਹੈ, ਉਹ ਕੋਈ ਗੱਲ ਕਰਦਾ, ਉੱਤੇ ਕੇਸ ਦਰਜ ਹੋ ਰਹੇ ਆ, ਫੜ ਕੇ ਅੰਦਰ ਦੇ ਰਹੇ। ਅੱਛਾ, ਟੂਲ ਕਿਟ ਲੋਕਾਂ ਦੇ ਵਿੱਚ, ਜਿਹੜੇ ਲੋਕਾਂ ਨੂੰ ਪਤਾ ਨਹੀਂਗਾ, ਟੂਲ ਕਿਟ ਇੱਦਾਂ ਉਹਦਾ ਪ੍ਰਚਾਰ ਕੀਤਾ ਜਾ ਰਿਹਾ ਜਿੱਦਾਂ ਟੂਲ ਕਿਟ ਕੋਈ ਬੰਬ ਹੈ ਜੀ। ਜਦੋਂ ਵੀ ਚਾਰ ਬੰਦੇ ਬੈਠ ਕੇ WhatsApp 'ਤੇ ਗੱਲ ਕਰਨ ਜਾਂ ਕਿਤੇ ਹੋਰ ਪਲੇਟਫਾਰਮ 'ਤੇ ਗੱਲ ਕਰਨ, ਤੇ ਉਹ ਟੂਲ ਕਿਟ ਹੀ ਆਪਸ ਦੇ ਵਿੱਚ ਬਿਲਕੁਲ ਇੱਕ ਸਿਸਟਮ ਆ ਸੌਫਟਵੇਅਰ ਦਾ ਜੀ। ਹੁਣ ਉਹ ਜਿਹੜਾ ਸਾਰਾ ਕੁਛ ਹੈ ਆਨਲਾਈਨ ਪਿਆ ਜੀ, ਠੀਕ ਆ। ਦਿੱਲੀ ਪੁਲਿਸ ਨੇ ਵੀ ਉਹ ਚੈੱਕ ਕੀਤਾ ਹੋਊਗਾ ਜੀ। ਉਹਦੇ ਵਿੱਚ ਹਿੰਸਾ ਦੀ ਕਹਿੰਦੇ ਕੋਈ ਗੱਲ ਨਹੀਂ ਹੋਈ। ਹਾਂਜੀ। ਉਹਦੇ ਬਾਵਜੂਦ ਵੀ ਇਹਨਾਂ ਨੂੰ ਇੱਦਾਂ ਕਿਉਂ ਲੱਗਦਾ? ਔਰ ਫਿਰ
ਹਰ ਗੱਲ ਨੂੰ ਖਾਲਿਸਤਾਨ ਦੇ ਨਾਲ ਜੋੜ ਦੇਣਾ ਜੀ, ਇਹ ਇੱਕ ਨਵਾਂ ਟ੍ਰੈਂਡ ਚੱਲ ਪਿਆ ਵੀ ਹੁਣ ਨਿਕਿਤਾ ਜਿਹੜੇ ਮੈਨੂੰ ਨਾਵਾਂ ਤੋਂ ਲੱਗਦਾ ਦਿਸ਼ਾ ਰਵੀ ਸ਼ਾਤਰੂ ਨਿਕਿਤਾ ਇਹ ਹਿੰਦੂ ਨੇ ਇਹ ਵੀ ਖਾਲਿਸਤਾਨੀ ਹੋ ਗਏ ਨੇ। ਬਸ ਇਸੇ ਗੱਲ ਤੇ ਹਾਸਾ ਵੀ ਆਉਂਦਾ, ਦੁੱਖ ਵੀ, ਪਈ ਸਾਡੀ ਸਰਕਾਰ ਕਰ ਕੀ ਰਹੀ ਆ। ਚਾਹੇ ਪਾਰਲੀਮੈਂਟ ਹੋਵੇ ਚਾਹੇ ਪਾਰਲੀਮੈਂਟ ਤੋਂ ਬਾਹਰ, ਜੇ ਉੱਥੇ ਸੌਮਿਆ ਮਿੱਤਰਾ ਵਰਗੇ ਬੋਲਦੇ ਆ ਤੇ ਵਿਰੋਧੀ ਧਿਰ ਉਹਨਾਂ ਨੂੰ ਆਪਣੀ ਗੱਲ ਵੀ ਨਹੀਂ ਰੱਖਣ ਦਿੰਦੀ। ਬਿਲਕੁਲ, ਚਾਹੇ ਉਹ ਰਵਨੀਤ ਬਿੱਟੂ ਵਰਗੇ ਹੋਣ, ਚਾਹੇ ਉਹ ਭਗਵੰਤ ਮਾਨ ਵਰਗੇ ਹੋਣ, ਕੋਈ ਗੱਲ ਕਰਦਾ ਤੇ ਉਹ ਸੁਣਨ ਨੂੰ ਤਿਆਰ ਨਹੀਂ। ਸੋ ਸਰਕਾਰਾਂ 'ਚ ਤਾਂ ਬਹੁਤ ਸਾਰੀ ਸਹਿਣਸ਼ੀਲਤਾ ਹੁੰਦੀ ਆ। ਬਿਲਕੁਲ, ਸਰਕਾਰ ਇਕੱਲੀ ਅੰਬਾਨੀਆਂ ਅਡਾਨੀਆਂ ਦੀ ਨਹੀਂ, ਆਪਾਂ ਪਹਿਲਾਂ ਵੀ ਕਹੀਦਾ ਪੂਰੇ ਮੁਲਕ ਦੇ ਜਿਹੜੇ ਵੋਟਰ ਆ, ਇਹਦਾ ਮਤਲਬ ਵੀ ਵੋਟਰਾਂ ਦਾ ਤਾਂ ਇੱਕੋ ਹੀ ਕੰਮ ਰਹਿ ਗਿਆ ਵੀ ਭਾਈ ਵੋਟਾਂ ਪਾਓ ਤੇ ਮੁੜ ਕੇ ਸਰਕਾਰ ਨੂੰ ਭੁੱਲ ਜਾਓ। ਸੋ ਇਸ ਵੇਲੇ ਕਹਿੰਦੇ ਹੁੰਦੇ ਆ ਵੀ ਇਹ ਭਾਜਪਾ ਸਰਕਾਰ ਦੇ ਡਰ 'ਚੋਂ ਉਪਜੀਆਂ ਸਾਰੀਆਂ ਕਾਰਵਾਈਆਂ ਆ, ਵੀ ਚਾਹੇ ਉਹ ਪੰਜਾਬ ਹਰਿਆਣੇ ਦੇ ਕਿਸਾਨ ਹੋਣ, ਚਾਹੇ ਉਹ ਕਰਨਾਟਕਾ ਵੱਲ ਦੇ ਲੋਕ ਹੋਣ, ਉਹਨਾਂ ਨੂੰ ਖਾਲਿਸਤਾਨ ਨਾਲ ਜੋੜ ਦਿਓ, ਮਾਓਵਾਦੀਆਂ ਨਾਲ ਜੋੜ ਦਿਓ, ਨਕਸਲਬਾੜੀਆਂ ਨਾਲ ਜੋੜ ਦਿਓ। ਤੇ ਇੱਥੋਂ ਤੱਕ ਵੀ MP ਸਾਹਿਬ ਇੱਕ BJP ਦੇ PC ਮੋਹਨ ਸਾਹਿਬ ਜੀ, ਉਹਨਾਂ ਨੇ ਦਿਸ਼ਾ ਰਵੀ ਜਿਹੜੀ ਇੱਕ ਕਲਾਈਮੇਟ ਐਕਟਿਵਿਸਟ ਕੁੜੀ ਹੈ, ਹਾਂਜੀ, ਉਹਦੀ ਤੁਲਨਾ ਜਿਹੜੀ ਆ ਅਜ਼ਮਲ ਕਸਾਬ ਜਿਹੜਾ ਮੁੰਬਈ ਹਮਲਿਆਂ ਦਾ ਦੋਸ਼ੀ, ਉਹਦੇ ਨਾਲ ਕੰਪੇਅਰ ਕੀਤਾ। ਤੁਸੀਂ ਦੇਖੋ ਵੀ ਕਿੱਥੋਂ ਤੱਕ ਇਹ MP ਵਗੈਰਾ ਜਿਹਨਾਂ ਨੂੰ ਅਸੀਂ ਚੁਣ ਕੇ ਭੇਜਦੇ ਹਾਂ, ਅਸੀਂ ਸੋਚਦੇ ਹਾਂ ਵੀ ਇਹ ਰੌਸ਼ਨ ਦਿਮਾਗ ਲੋਕ ਨੇ, ਸਾਡੀ ਨੁਮਾਇੰਦਗੀ ਕਰਨਗੇ, ਉਲਟਾ ਕਿਹੋ ਜਿਹੀਆਂ ਗੱਲਾਂ ਕਰ ਰਹੇ ਆ। ਬਸ ਪੈਨਸ਼ਨਾਂ ਮਿਲੀ ਜਾਂਦੀਆਂ ਪੁਸ਼ਤਾਂ ਤੱਕ, ਤੇ ਪੁਸ਼ਤਾਂ ਤੱਕ ਧਨ ਜੋੜ ਲੈਂਦੇ ਆ। ਜਿਹੜਾ ਵੀ ਇੱਕ ਵਾਰੀ ਅਹੁਦਾ ਆ ਜਾਂਦਾ, MP ਬਣ ਗਿਆ, MLA ਬਣ ਗਿਆ, ਆਮ ਲੋਕਾਂ ਦੇ ਨਾਲ ਉਹਨਾਂ ਨੂੰ ਕੋਈ ਹਮਦਰਦੀ ਨਹੀਂ ਹੈਗੀ, ਹੈ ਨਾ। ਸੋ ਅਗਲੀ ਗੱਲ ਇਹ ਆ ਵੀ ਦੇਖੋ ਸਰਕਾਰ ਹੁਣ ਕਿੱਦਾਂ ਦੇ ਘਟੀਆ ਹਥਿਆਰਾਂ 'ਤੇ ਆ ਗਈ ਆ ਵੀ ਹੁਣ ਉਹ ਜਿਹੜੇ ਦੱਖਣੀ ਭਾਰਤੀ ਬੱਚੇ ਆ, ਜਿਨ੍ਹਾਂ ਨੂੰ ਸ਼ਾਇਦ ਸਿੱਖੀ ਇਤਿਹਾਸ ਵੀ ਨਾ ਪਤਾ ਹੋਵੇ, ਨਹੀਂ ਪਤਾ ਨਾ ਹੀ ਅੱਜ ਕੱਲ੍ਹ ਦੇ ਬੱਚੇ, ਪਰ ਜੇ ਕੋਈ ਰੌਸ਼ਨ ਦਿਮਾਗ ਹੈ, ਕੋਈ ਗੱਲ ਕਰਦਾ, ਹਮਦਰਦੀ ਦੇ ਦੋ ਬੋਲ ਪ੍ਰਗਟਾਉਂਦਾ ਇਸ ਅੰਦੋਲਨ ਲਈ, ਕਿਸਾਨ ਅੰਦੋਲਨ ਲਈ, ਤਾਂ ਉਹ ਸਰਕਾਰ ਦੀਆਂ ਨਜ਼ਰਾਂ 'ਚ ਦੇਸ਼ ਧਰੋਹੀ ਬਣ ਜਾਂਦਾ ਜੀ। ਅੱਛਾ, ਕਿਸਾਨ ਲੀਡਰਾਂ ਨੂੰ ਵਿੱਚ ਇਨਵੋਲਵ ਕਰਨ ਨੂੰ ਫਿਰਦੇ ਜੀ, ਉਹ ਹਰ ਚੀਜ਼ ਦੇ ਵਿੱਚ ਲਪੇਟੇ 'ਚ ਲੈ ਰਹੇ ਆ। ਤੇ ਤੁਸੀਂ ਕਹਿ ਰਹੇ ਸੀ ਕਿ ਸਿੱਖੀ ਦੀ ਗੱਲ ਜਿਹੜੀ ਤੁਸੀਂ ਕਰ ਰਹੇ ਹੋ ਜੀ, ਇੱਕ ਦੋ ਪ੍ਰੈਸ ਰਿਪੋਰਟਰ ਨੇ ਜਿਨ੍ਹਾਂ 'ਚੋਂ ਇੱਕ ਅਜੀਤ ਅੰਜੁਮ ਸਾਹਿਬ ਨੇ, ਬੜੇ ਵਧੀਆ ਪ੍ਰੈਸ ਰਿਪੋਰਟਰ ਨੇ, ਔਰ ਉਹ ਬਹੁਤ ਵੱਡੇ ਲੈਵਲ 'ਤੇ ਉਹਨੇ ਕਿਸਾਨ ਅੰਦੋਲਨ ਨੂੰ ਕਵਰ ਕੀਤਾ। ਉਹ ਸ਼ਾਇਦ ਬਿਹਾਰ ਤੋਂ ਨੇ, ਇਹੋ ਜਿਹੇ ਇੱਕ ਦੋ ਪ੍ਰੈਸ ਰਿਪੋਰਟਰ ਹੋਰ ਨੇ। ਉਹ ਕਹਿੰਦੇ ਅਸੀਂ ਤਾਂ ਸਿੱਖ ਦੇਖੇ ਹੀ ਪਹਿਲੀ ਵਾਰੀ ਆ ਵੀ ਅਸੀਂ ਕੁਝ ਹੋਰ ਸੋਚਦੇ ਸੀ, ਪਰ ਸਿੱਖੀਜ਼ਮ ਕੁਝ ਹੋਰ ਹੈ। ਤੁਹਾਨੂੰ ਲੱਗਦਾ ਇਸ ਅੰਦੋਲਨ ਨੇ ਮਤਲਬ ਸਿੱਖਾਂ ਦੀ ਲੋਕਾਂ ਦੇ ਮਨਾਂ ਵਿੱਚ ਇੱਜ਼ਤ ਵਧਾਈ ਆ? ਦੇਖੋ ਪਹਿਲਾਂ ਵੀ ਸਿੱਖਾਂ ਦੀ ਲੋਕ ਇੱਜ਼ਤ ਕਰਦੇ ਨੇ ਜੀ। ਸਿੱਖ ਬਾਕੀ ਦੇਸ਼ ਲਈ ਲੜਦੇ ਆ ਨਾ, ਚਾਹੇ ਉਹ ਬਾਰਡਰ ਹੋਵੇ ਤੇ ਚਾਹੇ ਦਿੱਲੀ ਹੁਣ ਬੈਠੇ ਹੋਣ, ਉਹ ਸਮਝਦੇ ਆ ਵੀ ਸਾਡੇ ਗੁਰੂ ਸਾਹਿਬਾਨ ਨੇ ਕੁੱਲ ਲੋਕਾਈ ਦੇ ਭਲੇ ਦਾ, ਆਪਾਂ ਸਰਬੱਤ ਦਾ ਭਲਾ ਮੰਗਦੇ ਹਾਂ ਆਥਣ ਸਵੇਰ ਆਪਣੀ ਅਰਦਾਸਾਂ ਦੇ ਵਿੱਚ, ਹੈ ਨਾ। ਤੇ ਜਿਵੇਂ ਤੁਸੀਂ ਕਹਿੰਦੇ ਹੋ ਵੀ ਕੋਈ ਪੱਤਰਕਾਰ ਕਹਿੰਦਾ ਮੈਂ ਤਾਂ ਹੋਰ ਸਮਝਦਾ ਸੀ, ਇਹ ਕੂੜ ਪ੍ਰਚਾਰ ਕੀਤਾ ਜਾਂਦਾ ਸਿੱਖਾਂ ਬਾਰੇ, ਠੀਕ ਆ, ਜਰਾਇਮ ਪੇਸ਼ਾ ਕੌਮ ਬਣਾ ਕੇ ਮਤਲਬ ਪੇਸ਼ ਕਰਦੇ ਸੀ ਅੰਗਰੇਜ਼ਾਂ ਦੇ ਵੇਲੇ ਵੀ। ਸੋ ਹਲਵਾ ਜਿਹੜਾ ਹੁੰਦਾ ਨਾ, ਜਿਹੜਾ ਵਾਹਕ ਹੁੰਦਾ, ਵਾਹੀ ਕਰਦਾ, ਮਿੱਟੀ ਨਾਲ ਮਿੱਟੀ ਹੁੰਦਾ, ਉਹ ਲੋਕ ਨੇ। ਤਾਂ ਜਦੋਂ ਦੁਨੀਆ ਨੂੰ ਹੁਣ ਦੁਨੀਆ ਦੇਖ ਰਹੀ ਆ, ਮੈਨੂੰ ਲੱਗਦਾ ਵੀ ਸਿੱਖੀ ਦੀ ਪਰਪੱਕਤਾ ਲਈ ਇਹ ਜਿਹੜਾ ਅੰਦੋਲਨ ਆ, ਇਹ ਵੀ ਇੱਕ ਵੱਡਾ ਰੋਲ ਅਦਾ ਕਰੇਗਾ। ਲੋਕਾਂ ਦੇ ਮਨਾਂ 'ਚ ਜਿਹੜੇ ਭਰਮ ਭੁਲੇਖੇ ਆ ਸਿੱਖਾਂ ਬਾਰੇ, ਉਹ ਦੂਰ ਕਰਨ ਦਾ ਕੰਮ ਵੀ ਅੰਦੋਲਨ ਕਰ ਰਿਹਾ ਹੈਗਾ ਜੀ। ਇੱਕ ਵੀਡੀਓ ਦੇਖੀ ਮੈਂ ਜਿਹਦੇ ਵਿੱਚ ਅਮਿਤ ਸ਼ਾਹ ਕਹਿ ਰਹੇ ਆ, ਆਪਣੇ ਵਰਕਰਸ ਦੀ ਕੋਈ ਮੀਟਿੰਗ ਕਰ ਰਹੇ ਆ, ਬਹੁਤ ਕਾਫੀ ਉੱਥੇ ਹਜ਼ਾਰਾਂ ਦੇ ਹਿਸਾਬ ਨਾਲ ਵਰਕਰ ਆ, ਉਹ ਕਹਿ ਰਹੇ ਆ ਤੁਸੀਂ WhatsApp 'ਤੇ ਆਪਣੇ ਗਰੁੱਪ ਬਣਾਓ ਜੀ, ਉਹਦੇ ਵਿੱਚ ਹਾਸੇ ਵਾਲੀਆਂ ਚੀਜ਼ਾਂ ਵੀ ਪਾਓ, BJP ਦਾ ਪ੍ਰਚਾਰ ਵੀ ਕਰੋ, ਤੇ ਕੁਝ ਕਹਿੰਦੇ ਡਰਾਉਣ ਵਾਲੀਆਂ ਚੀਜ਼ਾਂ ਵੀ ਪਾ ਦਿਓ ਤਾਂ ਕਿ ਲੋਕਾਂ ਦੇ ਮਨਾਂ 'ਤੇ ਅਸਰ ਹੋਵੇ। ਸਾਨੂੰ ਅਖਬਾਰਾਂ ਦੀ ਲੋੜ ਹੀ ਨਹੀਂ। ਕਿ ਉਹ ਟੂਲ ਕਿੱਟ ਵਗੈਰਾ ਇਹੀ ਕ੍ਰੀਏਟ ਕਰਨ ਨੂੰ ਕਹਿ ਰਹੇ ਆ? ਦੇਖੋ, ਜੇ ਗ੍ਰਹਿ ਮੰਤਰੀ ਇੱਦਾਂ ਆਪਣੇ ਭਾਸ਼ਣ ਦੌਰਾਨ, ਤਕਰੀਰ ਦੌਰਾਨ ਕਿਤੇ ਕਹਿਣ, ਤਾਂ ਫਿਰ ਹੋਰ ਸਾਡੇ ਮੁਲਕ ਦੀ ਇਹ ਤੋਂ ਵੱਡੀ ਕੀ ਟ੍ਰੈਜਡੀ ਹੋ ਸਕਦੀ ਆ ਭਈ ਉਹ ਆਪਣੇ ਗਰੁੱਪਸ ਵਿੱਚ ਟੈਰਰਾਈਜ਼ ਕਰਨ ਵਾਲੀਆਂ ਪੋਸਟਾਂ ਵੀ ਪਾਉਣ, ਤੇ ਜਿਹੜੇ ਕੋਈ ਬੱਚੇ ਹੱਕ ਸੱਚ ਦੀ ਗੱਲ ਕਰਦੇ ਆ ਉਹਨਾਂ ਤੇ ਦੇਸ਼ ਧਰੋਹ ਦੇ ਪਰਚੇ ਦਰਜ ਕਰਕੇ ਉਹਨਾਂ ਨੂੰ ਅੰਦਰ ਕਰੋ। ਤੇ ਫਿਰ BJP IT ਸੈੱਲ ਤੇ ਵੀ ਫਿਰ ਤਾਂ ਕਾਰਵਾਈ ਕਰਨੀ ਬਣਦੀ ਆ ਇਹਨਾਂ ਦੀ, ਦਿੱਲੀ ਪੁਲਿਸ ਦੀ। ਉਹ ਤਾਂ ਦੇਖੋ ਸਭ ਤੋਂ ਪਹਿਲਾਂ ਤਾਂ ਹੱਥ ਹੀ BJP IT ਸੈੱਲ ਨੂੰ ਕਿੰਨਾ ਰੋਜ਼ ਝੂਠ ਬੋਲਦੇ ਆ, ਕਿੰਨਾ ਰੋਜ਼ ਭਰਮ ਭੁਲੇਖੇ ਖੜੇ ਕਰਦੇ ਆ ਸੋਸ਼ਲ ਮੀਡੀਆ ਤੇ, ਉਹਨਾਂ ਨੂੰ ਪੁੱਛਣ ਵਾਲਾ ਕੋਈ ਨਹੀਂ। ਹਾਂ, ਤੇ ਅੰਦੋਲਨ ਦੀ ਜੇ ਆਪਾਂ ਗੱਲ ਕਰਦੇ ਹਾਂ ਜੀ,
ਤੁਹਾਨੂੰ ਕੀ ਲੱਗਦਾ ਵੀ ਅੰਦੋਲਨ ਹੁਣ ਦਿੱਲੀ ਦੀਆਂ ਜਿਹੜੀਆਂ ਬਰੂਹਾਂ ਉੱਥੋਂ ਨਿਕਲ ਕੇ ਜੀ ਤੇ ਹੁਣ ਦੇਸ਼ ਦੇ ਅਲੱਗ-ਅਲੱਗ ਹਿੱਸਿਆਂ ਨੂੰ ਜਾ ਰਿਹਾ, ਪਿੰਡਾਂ ਸ਼ਹਿਰਾਂ? ਹਾਂ, ਦੇਖੋ ਹੁਣ ਇਹ ਜਨ ਅੰਦੋਲਨ ਬਣ ਚੁੱਕਾ। ਪਹਿਲਾਂ ਹੀ ਕੱਲ੍ਹ ਵੀ ਰਾਜੇਵਾਲ ਸਾਹਿਬ ਨੇ ਕਿਹਾ ਵੀ ਆਓ ਆਪਾਂ ਇਕਜੁੱਟ ਹੋਈਏ, ਲੰਬੀ ਲੜਾਈ ਆ ਤੇ ਇਸ ਅੰਦੋਲਨ ਨੂੰ ਦੇਸ਼ ਦੇ ਹਰ ਕੋਨੇ ਤੱਕ ਪਹੁੰਚਾਈਏ। ਸਰਕਾਰ ਤਾਂ ਇਹ ਪ੍ਰਚਾਰ ਕਰਦੀ ਆ ਨਾ ਭਈ ਉਹ ਜੀ ਕਾਨੂੰਨ ਬਹੁਤ ਚੰਗੇ ਨੇ। ਤੁਸੀਂ ਦੇਖੋ ਵੀ ਜੇ ਇੰਨੇ ਚੰਗੇ ਆ, ਗੁਜਰਾਤ ਇਸ ਵੇਲੇ ਗੁਜਰਾਤ ਦੇ ਵਿੱਚ ਜਿਹੜੇ ਹਰਿਆਣੇ ਤੇ ਪੰਜਾਬ ਦੇ ਕਿਸਾਨ ਵਸੇ ਹੋਏ ਆ, ਗੁਜਰਾਤ ਸਰਕਾਰ ਉਹਨਾਂ 'ਤੇ ਕਰੜੀ ਨਿਗਾਹ ਰੱਖ ਰਹੀ ਆ ਕਿਉਂਕਿ ਉਹਨਾਂ ਨੇ ਲਾਮਬੰਦੀ ਸ਼ੁਰੂ ਕਰ ਦਿੱਤੀ ਆ। ਹੁਣ ਇਸ ਵੇਲੇ ਤਾਲਮੇਲ ਉਹਨਾਂ ਦਾ ਚੱਲ ਰਿਹਾ ਔਰ ਕੱਛ ਤੇ ਭੁਜ ਇਲਾਕੇ ਦੇ ਜਿਹੜੇ ਕਿਸਾਨ ਆ, ਖਾਸ ਕਰਕੇ ਪੰਜਾਬੀ ਹਰਿਆਣੀ ਵੀ ਮੂਲ ਦੇ, ਉਹਨਾਂ ਨੇ ਉੱਥੇ ਆਰਗੇਨਾਈਜ਼ ਹੋਣਾ ਸ਼ੁਰੂ ਕਰ ਦਿੱਤਾ ਸਟੇਟ ਗਵਰਨਮੈਂਟ ਦੇ ਖਿਲਾਫ। ਪਹਿਲਾਂ ਤਾਂ ਉਹਨਾਂ ਨੂੰ ਲੈਂਡ ਸੀਲਿੰਗ ਦੇ ਵਿੱਚ ਫਸਾ ਲਿਆ। ਹੁਣ ਤੁਸੀਂ ਇੱਕ ਤਾਜ਼ਾ ਉਦਾਹਰਣ ਦੇਖੋ ਮੰਡੀ ਦੀ। ਜਸਵਿੰਦਰ ਸਿੰਘ ਕੋਈ ਕਿਸਾਨ ਨੇ ਕੱਛ ਤੋਂ, ਉਹ ਕਹਿ ਰਹੇ ਸੀ ਭਈ ਨਾ ਤਾਂ ਇੱਥੇ ਮੰਡੀ ਪ੍ਰਬੰਧ ਆ ਗੁਜਰਾਤ ਦੇ ਵਿੱਚ, ਬਿਲਕੁਲ, ਨਾ ਹੀ ਇੱਥੇ ਕੋਈ ਸਰਕਾਰੀ ਖਰੀਦ ਆ, ਤੇ 1400 ਰੁਪਏ ਕਣਕ ਲੈ ਕੇ 50 ਕਿਸਾਨਾਂ ਨਾਲ ਵਪਾਰੀ ਮਤਲਬ ਚੈੱਕ ਦੇ ਗਿਆ ਜਿਹੜੇ ਬਾਉਂਸ ਹੋ ਗਿਆ ਔਰ ਕਈ ਲੱਖ ਦੀ ਜਿਹੜੀ ਠੱਗੀ ਜਿਹੜੀ ਆ ਉਹ ਵਜੀ ਆ, ਉਹ ਗੁਜਰਾਤ ਵਿੱਚ ਹੀ ਹਲੇ ਹੋ ਕੇ ਹਟਿਆ। ਮਤਲਬ ਇਹ ਨਵੇਂ ਕਾਨੂੰਨਾਂ ਦਾ ਅਸਰ ਸ਼ੁਰੂ ਹੋ ਗਿਆ, ਨਵੇਂ ਕਾਨੂੰਨਾਂ ਦਾ ਅਸਰ, ਔਰ ਵਪਾਰੀ ਲੱਭ ਨਹੀਂ ਰਿਹਾ, ਚੈੱਕ ਬਾਉਂਸ ਹੋ ਗਿਆ। ਤੇ ਸਾਡੇ ਪ੍ਰਧਾਨ ਮੰਤਰੀ ਤੇ ਸਾਡੇ ਗ੍ਰਹਿ ਮੰਤਰੀ ਆਪਣੇ ਘੱਟੋ ਘੱਟ ਜਿਹੜਾ ਸੂਬਾ ਆ ਉਹਦੀ ਸਾਰ ਲੈ ਲੈਣ। ਇਹ ਦੂਜੀ ਕਿ ਤੀਜੀ ਘਟਨਾ ਆਪਾਂ ਸੁਣ ਲਈ ਆ ਪਿਛਲੇ 1.5 ਮਹੀਨੇ ਦੇ ਵਿੱਚ ਹੀ। ਹਾਂਜੀ, ਪਹਿਲਾਂ ਇੱਕ ਜਗ੍ਹਾ ਹੋਰ ਵੀ ਸ਼ਾਇਦ ਇੱਧਰ ਉੱਤਰਾਖੰਡ ਵਾਲੀ ਸਾਈਡ ਤੇ ਕਿਤੇ ਹੋਇਆ ਪਹਿਲਾਂ ਇਦਾਂ ਦਾ, ਪਹਿਲਾਂ ਮੱਧ ਪ੍ਰਦੇਸ਼ 'ਚ। ਔਰ ਹੁਣ ਤੁਸੀਂ ਦੇਖੋ ਵੀ ਪ੍ਰਧਾਨ ਮੰਤਰੀ ਕੱਲ ਕਹਿ ਰਹੇ ਸੀ ਵੀ ਯੂਪੀ ਦੇ ਵਿੱਚ ਬਹੁਤ ਵਧੀਆ ਸਿਸਟਮ ਆ। ਜੇ ਇੰਨਾ ਹੀ ਵਧੀਆ ਸਿਸਟਮ ਆ ਤਾਂ ਝੋਨਾ ਲੈਣ ਕੇ ਯੂਪੀ ਤੇ ਬਿਹਾਰ ਵਾਲਿਆਂ ਨੇ ਪੰਜਾਬ 'ਚ ਕਿਉਂ ਵੇਚਿਆ? ਜੀ 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 800 ਰੁਪਏ ਕਿਲੋ ਉੱਥੋਂ ਖਰੀਦ ਕਰਕੇ, 800 ਰੁਪਏ ਕੁਇੰਟਲ ਖਰੀਦ ਕਰਕੇ। ਠੀਕ ਆ। ਤੇ ਬਾਰਡਰ ਤੇ ਇੱਕ ਕੰਮ ਹੋਰ ਹੋ ਰਿਹਾ ਜੀ, ਉੱਥੇ ਗਰਮੀਆਂ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਜੀ। ਵਧੀਆ ਵਧੀਆ ਤੰਬੂ ਲੱਗ ਰਹੇ ਨਵੇਂ ਤੇ ਪੱਖੇ ਕੂਲਰ ਵੀ ਜਾਣੇ ਸ਼ੁਰੂ ਹੋ ਗਏ ਆ, ਏਸੀ ਵੀ ਜਾਣੇ ਸ਼ੁਰੂ ਹੋ ਗਏ। ਇਹਨੂੰ ਕਿੱਦਾਂ ਦੇਖਦੇ ਆ? ਇਹ ਤਾਂ ਬਈ ਸਰਕਾਰ ਨੂੰ ਹੁਣ ਸੋਚਣਾ ਚਾਹੀਦਾ ਹੈ ਨਾ। ਦੇਖੋ ਆਫਰੀਨਾ ਫਿਰ ਉਹਨਾਂ ਸਾਡੇ ਆਗੂਆਂ ਤੇ ਪਹਿਲੀ ਗੱਲ ਤਾਂ ਆਪਸ ਵਿੱਚ ਇਕਜੁੱਟਤਾ ਦਾ ਪ੍ਰਗਟਾਵਾ ਕਰ ਰਹੇ ਆ। ਦੂਸਰੀ ਗੱਲ ਇਹ ਆ ਵੀ ਉਹਨਾਂ ਨੇ ਲੰਬੀ ਲੜਾਈ ਮਿੱਥ ਕੇ ਉੱਥੇ ਬੈਠੇ ਨੇ। ਇੱਕ ਦੋ ਦਿਨ ਦੇ ਵਿੱਚ ਮੈਨੂੰ ਲੱਗਦਾ ਨਹੀਂ ਮਸਲਾ ਖਤਮ ਹੋਣਾ। ਜਿੱਦਾਂ ਦਾ ਸਰਕਾਰ ਦਾ ਗੈਰ ਸੰਵੇਦਨਸ਼ੀਲ ਤੇ ਇਨਡਿਫਰੈਂਟ ਉਦਾਸੀਨ ਰਵੱਈਆ ਹੈ ਇਸ ਅੰਦੋਲਨ ਪ੍ਰਤੀ, ਮੈਨੂੰ ਨਹੀਂ ਲੱਗਦਾ ਵੀ ਇਹ ਛੇਤੀ ਕਿਸੇ ਸਿਰੇ ਲੱਗੇਗੀ। ਪਰ ਜਿੰਨੀ ਸਾਡੇ ਮੁਲਕ ਦੀ, ਸਾਡੀ ਸਰਕਾਰ ਦੀ ਕੌਮਾਂਤਰੀ ਪੱਧਰ ਤੇ ਹੁਣ ਤੱਕ ਬਦਨਾਮੀ ਹੋ ਚੁੱਕੀ ਆ, ਇੰਨੀ ਵੀ ਸ਼ਾਇਦ ਕਦੀ ਨਾ ਹੋਵੇ ਆਉਣ ਵਾਲੇ ਸਮਿਆਂ ਦੇ ਵਿੱਚ। ਜੀ, ਰਕੇਸ਼ ਟਕੈਤ ਸਾਹਿਬ ਕਹਿੰਦੇ, ਪਹਿਲੀ ਗੱਲ ਤਾਂ ਉਹਨਾਂ ਨੇ ਇਹ ਕਹੀ ਆ ਵੀ ਕੈਮਰਾ ਤੇ ਕਲਮ ਤੇ ਬੰਦੂਕ ਦਾ ਪਹਿਰਾ ਹਮੇਸ਼ਾ ਹੀ ਕਹਿੰਦੇ ਆ। ਦੂਜੀ ਉਹਨਾਂ ਨੇ ਜਿਹੜੀ ਗੱਲ ਕਹੀ ਆ, ਤੁਸੀਂ ਥੋੜ੍ਹਾ ਜਿਹਾ ਜ਼ਿਕਰ ਵੀ ਉਹਦਾ ਕੀਤਾ ਸੀ, ਉਹ ਕਹਿੰਦੇ ਅਸੀਂ ਗੁਜਰਾਤ ਵੀ ਜਾਵਾਂਗੇ, ਅਸੀਂ ਮਹਾਰਾਸ਼ਟਰ ਵੀ ਜਾਵਾਂਗੇ, ਅਸੀਂ ਵੈਸਟ ਬੰਗਾਲ ਵੀ ਜਾਵਾਂਗੇ। ਹੁਣ ਵੈਸਟ ਬੰਗਾਲ ਕਿਤੇ ਬੀਜੇਪੀ ਦੀ ਦੁਖਦੀ ਰਗ ਤੇ ਨਹੀਂ ਜਿਹਨੂੰ ਉਹ ਛੇੜਨ ਜਾ ਰਹੇ ਆ? ਇਹ ਤਾਂ ਹੈ ਹੀ ਸਿੱਧਾ ਹੀ ਤ੍ਰਿਣਮੂਲ ਕਾਂਗਰਸ ਦੇ ਨਾਲ ਜਿਹੜੀਆਂ ਕੋਈ CPI-M ਦੀ ਕੋਈ ਵੋਟ ਟੁੱਟੀ ਹੈ ਉਹ ਤਾਂ ਭਾਜਪਾ ਨੂੰ ਮਿਲ ਜੂ, ਪਰ ਤ੍ਰਿਣਮੂਲ ਕਾਂਗਰਸ ਦਾ ਵੀ ਉੱਥੇ ਪੂਰਾ ਜ਼ੋਰ ਆ। 10 ਸਾਲ ਤੋਂ ਸਰਕਾਰ ਆ ਉਹਨਾਂ ਦੀ, ਤਾਂ ਸੌਮਿਆ ਮਿੱਤਰਾ ਵਰਗੇ ਉਹਨਾਂ ਕੋਲ MP ਨੇ। ਠੀਕ ਹੈ, ਉਹ ਕਹਿੰਦੇ ਭਈ ਭਾਜਪਾ ਵਾਲਿਆਂ ਦੇ ਕੂੜ ਪ੍ਰਚਾਰ ਦਾ, ਕੱਲ੍ਹ ਹੀ ਸੌਮਿਆ ਮਿੱਤਰਾ ਕਿਤੇ NDTV ਤੇ ਇੰਟਰਵਿਊ ਦੇ ਰਹੇ ਸੀ, ਉਹ ਕਹਿੰਦੇ ਭਈ ਅਸੀਂ ਤਿਆਰ ਹਾਂ, ਇਹ ਲੋਕ ਮੰਨ ਲਓ ਕੋਈ ਕਿਤੇ ਕਲਕੱਤੇ ਦੇ ਵਿੱਚ ਕੋਈ ਰਿਕਸ਼ਾ ਪੁਲਰ ਮਰ ਗਿਆ, ਉੱਥੇ ਤੁਰੰਤ BJP ਦਾ ਕੋਈ ਆਗੂ ਜਾਊਗਾ, ਹਾਂ ਇਹ ਸਾਡੀ ਮੀਟਿੰਗ 'ਚ ਇੱਕ ਵਾਰੀ ਆਇਆ ਸੀਗਾ, ਪਿਆ ਚਲੋ ਵੀ 5 ਲੱਖ ਦਿਓ, 2 ਲੱਖ ਦਿਓ ਪਾਰਟੀ ਵੱਲੋਂ। ਇਸ ਤਰ੍ਹਾਂ ਕਿਤੇ ਲੋਕ ਜੁੜਦੇ ਹੁੰਦੇ ਜੀ। ਤਾਂ ਦੂਸਰਾ ਇਹ ਆ ਵੀ ਸਾਡੀ ਸਰਕਾਰ ਇੰਨੇ ਹੋਸ਼ੇ ਹੱਥ ਕੰਡੇ ਅਪਣਾਊਗੀ, ਇੱਦਾਂ ਦੀ ਆਸ ਕਦੀ ਕੀਤੀ ਨਹੀਂ ਸੀ। ਵੈਸੇ ਵੀ ਵੈਸਟ ਬੰਗਾਲ 'ਚ ਕਿਸਾਨੀ ਤਾਂ ਬਥੇਰੀ ਹੈ, ਜੇ ਉਹਨਾਂ ਨੂੰ ਜਾਗਰੂਕ ਕੀਤਾ ਜਾਵੇ ਤੇ ਉਹ ਇਹਨਾਂ ਦੇ ਹੱਕ 'ਚ ਭੁਗਤ ਸਕਦੀ ਹੈ। ਤੁਸੀਂ ਇੱਦਾਂ ਸੋਚਦੇ ਹੋ? ਨਹੀਂ, ਮੈਨੂੰ ਲੱਗਦਾ ਨਹੀਂ ਵੀ ਉਹ ਭਾਜਪਾ ਦਾ ਸਾਥ ਦੇਣਗੇ ਉਹ ਲੋਕ ਜੋ ਹੁਣ ਤੱਕ ਦੀਆਂ ਉੱਥੇ ਸਿਆਸੀ ਸਮੀਕਰਨ ਆ। ਠੀਕ ਹੈ। ਔਰ ਪਿਛਲੇ ਦਿਨੀ ਪ੍ਰਧਾਨ ਮੰਤਰੀ ਤਾਮਿਲਨਾਡੂ ਵਿੱਚ ਕਿਸਾਨਾਂ ਨੂੰ ਸੰਬੋਧਨ ਕਰ ਰਹੇ ਸੀਗੇ, ਸਿਫਤ ਸਲਾਹ ਕਰ ਰਹੇ ਸੀਗੇ। ਹੁਣ ਇਹਨਾਂ ਨੂੰ ਪੰਜਾਬ, ਹਰਿਆਣਾ ਤੇ UP ਦੇ ਕਿਸਾਨ ਭੁੱਲ ਗਏ ਆ, ਜਿਨ੍ਹਾਂ ਨੇ ਦੇਸ਼ ਦੇ ਅੰਨ ਭੰਡਾਰ ਨੱਕੋ ਨੱਕ ਭਰ ਦਿੱਤੇ ਤੇ ਇਹਨਾਂ ਕੋਲ ਰੱਖਣ ਨੂੰ ਥਾਂ ਨਹੀਂ। ਖੁੱਲ੍ਹੇ ਅਸਮਾਨ ਹੇਠ ਤੁਸੀਂ ਦੇਖਿਆ ਹੋਣਾ ਅਨਾਜ ਪਿਆ, ਉਹਦੇ ਲਈ ਸਟੋਰ ਵੀ ਹੈ ਨਹੀਂ ਗੇ, ਹੈ ਨਾ। ਤਾਂ ਸੋ ਇਹ ਚੋਣਾਂ ਜਿਹੜੀਆਂ ਯਕੀਨਨ ਅਸਰ ਤਾਂ ਕਰਨਗੀਆਂ, ਪਰ ਜਿਵੇਂ ਪਹਿਲਾਂ ਤੋਂ ਹੀ ਖਦਸ਼ੇ ਪ੍ਰਗਟਾਏ ਜਾ ਰਹੇ ਆ, ਸਿਆਸਤਦਾਨਾਂ ਜਰਨਲਿਸਟਾਂ ਦੀ ਹਾਜ਼ਰੀ ਦੇ ਵਿੱਚ ਤੁਸੀਂ ਦੇਖਿਆ ਹੋਣਾ ਪਈ EVM ਮਸ਼ੀਨ ਜਿਹੜੀ ਆ ਉਹਨੂੰ ਕਿੱਦਾਂ
ਕੰਟਰੋਲ ਕੀਤਾ ਜਾ ਸਕਦਾ ਉਹ ਡੈਮੋਸਟ੍ਰੇਟ ਕਰਕੇ ਦਿਖਾ ਚੁੱਕੇ ਲੋਕ ਹਨ। ਬਿਲਕੁਲ। ਤੇ ਸਾਡੀ ਸਰਕਾਰ ਅਜੇ ਵੀ EVM ਤੇ ਅੜੀ ਆ, ਬਾਕੀ ਸਾਰੀ ਦੁਨੀਆ ਬੈਲਟ ਪੇਪਰ ਤੇ ਯਕੀਨ ਰੱਖਦੀ ਆ। ਸੋ EVM 'ਚ ਹੇਰਾਫੇਰੀ ਕਰਕੇ ਭਾਵੇਂ ਸਰਕਾਰ ਆਪਣੀ ਬਣਾ ਲੈਣ, ਉੱਦਾਂ ਕੋਈ ਚਾਂਸ ਨਹੀਂ ਲੱਗਦੇ ਜੀ। ਸੰਯੁਕਤ ਕਿਸਾਨ ਮੋਰਚੇ ਦਾ ਇੱਕ ਬਿਆਨ ਆਇਆ ਕੱਲ੍ਹ ਜੀ, ਉਹ ਕਹਿੰਦੇ ਜਿਹੜਾ ਵੀ ਕਿਸਾਨ ਹਿਤੈਸ਼ੀ ਹੈ, ਜਿਹੜਾ ਵੀ ਕਿਸਾਨਾਂ ਲਈ ਕੋਈ ਕੰਮ ਕਰਨਾ ਚਾਹੁੰਦਾ ਹੈ, ਇਹ ਸਰਕਾਰ ਵਿੰਗੇ ਟੇਢੇ ਤਰੀਕੇ ਨਾਲ ਉਹਦੇ ਤੇ ਕੇਸ ਪਾ ਰਹੀ ਹੈ, ਚਾਹੇ ਉਹ ਦਿਸ਼ਾ ਰਵੀ ਹੋਵੇ ਤੇ ਚਾਹੇ ਰਵੀ ਸਿੰਘ ਖਾਲਸਾ ਹੋਵੇ। ਬਿਲਕੁਲ ਬਿਲਕੁਲ। ਰਵੀ ਸਿੰਘ ਖਾਲਸਾ ਹੋਰੀ ਤੁਸੀਂ ਦੇਖੋ ਵੀ ਉਹਨਾਂ ਜਿੰਨਾ ਤਾਂ ਕੋਈ ਪਰਉਪਕਾਰੀ ਹੈ ਨਹੀਂ, ਔਰ ਉਹ ਉਹਨਾਂ ਦਾ ਆਪਣਾ ਸਰੂਪ ਸਿੱਖੀ ਵਾਲਾ ਆ, ਪਰ ਸਾਰੀ ਦੁਨੀਆ ਦੇ ਲੋਕ ਉਹਨਾਂ ਦੇ ਨਾਲ ਨੇ, ਮਤਲਬ ਵੱਖ-ਵੱਖ ਦੇਸ਼ਾਂ ਦੇ ਲੋਕ ਉਹਨਾਂ ਦੇ ਨਾਲ ਆ ਜੀ। ਸੋ ਇਹ ਦੇਖੋ ਰਵੀ ਸਿੰਘ ਹੁਣਾਂ ਨੂੰ ਵੀ ਪਿੱਛੇ ਨੋਮੀਨੇਟ ਹੋਏ ਉਹ ਨੋਬਲ ਪ੍ਰਾਈਜ਼ ਲਈ, ਤਾਂ ਉਹਨਾਂ ਵਰਗੇ ਬੰਦਿਆਂ 'ਤੇ ਵੀ ਇਹ ਖਾਲਿਸਤਾਨ ਦਾ ਲੇਬਲ ਸਾਡੀ ਸਰਕਾਰ ਲਾ ਰਹੀ ਆ, ਜਿਹੜਾ ਨਿਸ਼ਕਾਮ ਸੇਵਕ ਹੈ ਇੱਕ ਬੰਦਾ, ਤੇ ਕਹਿੰਦੇ ਵੀ ਇਹ ਖਾਲਿਸਤਾਨ ਦਾ ਏਜੰਡਾ ਲਾਗੂ ਕਰ ਰਿਹਾ ਲੁਕਵੇਂ ਢੰਗ ਨਾਲ ਜੀ। ਸਮਾਂ ਹੋ ਰਿਹਾ ਇੱਕ ਬ੍ਰੇਕ ਦਾ, ਮਿਲਦੇ ਹਾਂ ਬ੍ਰੇਕ ਤੋਂ ਬਾਅਦ। ਦੁਨੀਆ ਨੂੰ ਜਾਣੋ ਪੰਜਾਬ ਮੇਲ USA ਚੈਨਲ ਦੇ ਨਾਲ। ਸੰਸਾਰ ਭਰ ਦੀਆਂ ਖਬਰਾਂ ਜਾਣਨ ਲਈ, ਖਬਰਾਂ ਦੀ ਡੂੰਘਾਈ ਤੱਕ ਪਹੁੰਚਣ ਲਈ ਰੋਜ਼ ਵੇਖੋ ਪੰਜਾਬ ਮੇਲ ਅਖਬਾਰਨਾਮਾ। ਸਿਰਫ ਪੰਜਾਬ ਮੇਲ USA ਚੈਨਲ। ਪੰਜਾਬ ਮੇਲ TV USA ਦੇਖ ਰਹੇ ਸਾਰੇ ਦਰਸ਼ਕਾਂ ਦਾ ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਸਵਾਗਤ ਹੈ। ਸਰਦਾਰ ਨਰਿੰਦਰ ਸਿੰਘ ਸੱਤੀ ਹੁਣੀ ਸਾਡੇ ਨਾਲ ਬਣੇ ਹੋਏ ਆ। ਵੱਧਦੇ ਹਾਂ ਅਗਲੀ ਗੱਲ ਨਾਲ। ਸੱਤੀ ਸਾਹਿਬ, ਮਹਾਂ ਪੰਚਾਇਤਾਂ ਦਾ ਦੌਰ ਜਾਰੀ ਹੈ ਜੀ। ਮਹਾਂ ਪੰਚਾਇਤ ਹੋਈ ਹੈ ਗੜੀ ਸਾਂਪਲਾ, ਸਰ ਛੋਟੂ ਰਾਮ ਹੋਣਾ ਦਾ ਜਿਹੜਾ ਜਨਮ ਪਿੰਡ ਹੈ, ਜਨਮ ਸਥਾਨ ਹੈ, ਹਾਂਜੀ, ਰੋਹਤਕ ਜ਼ਿਲ੍ਹੇ 'ਚ, ਰੋਹਤਕ ਜ਼ਿਲ੍ਹੇ ਦੇ ਵਿੱਚ। ਉੱਥੇ ਕਾਫੀ ਇਕੱਠ ਹੋਇਆ, ਔਰ ਸਰ ਛੋਟੂ ਰਾਮ, ਜਿੱਦਾਂ ਆਪਾਂ ਸਾਰੇ ਜਾਣਦੇ ਹਾਂ ਵੀ ਕਿਸਾਨੀ ਲਈ ਜਿੰਨਾ ਕੰਮ ਉਹਨਾਂ ਨੇ ਕੀਤਾ, ਮੇਰੇ ਖਿਆਲ 'ਚ ਉਹਨਾਂ ਤੋਂ ਇਹ ਅੱਜ ਜੋ ਵੀ ਆ, ਜੇ ਇਹ APMC ਆਪਾਂ ਮੰਡੀਆਂ ਦੀ ਗੱਲ ਕਰਦੇ ਹਾਂ, ਜਾਂ ਕਿਸਾਨਾਂ ਨੂੰ ਅੱਜ ਤੱਕ ਗੌਰ ਸਰਕਾਰ ਨਹੀਂ ਹੱਥ ਪਾ ਸਕੀ ਉਹੋ ਜਿਹੇ ਲੈਵਲ 'ਤੇ, ਇਹਦਾ ਉਹਨਾਂ ਦੀ ਦੇਣ ਹੈ, ਕਿਉਂਕਿ ਉਹਨਾਂ ਨੇ ਉਦੋਂ ਕਹਿੰਦੇ ਗਹਿਣੇ ਰੱਖੀਆਂ ਜ਼ਮੀਨਾਂ ਵੀ ਛਡਾ ਲੋਕਾਂ ਨੂੰ ਵਾਪਸ ਦਿੱਤੀਆਂ। ਕਿੱਦਾਂ ਦੇਖਦੇ ਹੋ ਇਹਨਾਂ ਮਹਾਂ ਪੰਚਾਇਤਾਂ ਨੂੰ, ਔਰ ਕਿੱਦਾਂ ਇਹਨਾਂ ਦੀ ਗਾਹਾਂ ਲਾਮਬੰਦੀ ਜਿਹੜੀ ਆ ਉਹ ਦੇਖਦੇ ਹੋ? ਦੇਖੋ, ਕੱਲ ਦੀ ਮਹਾਂ ਪੰਚਾਇਤ ਗੜੀ ਸਾਂਪਲਾ ਹੀ ਹੋ ਕੇ ਹਟੀ ਆ, ਸਰ ਛੋਟੂ ਰਾਮ ਹੋਰਾਂ ਦੇ ਪਿੰਡ। ਉਹਨਾਂ ਬਾਰੇ ਜੇ ਸੰਖੇਪ ਵਿੱਚ ਕਹਿਣਾ ਹੋਵੇ ਇੱਕ ਸਤਰ ਦੇ ਵਿੱਚ, ਤੇ ਉਹ ਇਨਸਾਨ ਸੀ ਜਿਨ੍ਹਾਂ ਨੇ ਆਪਣੀ ਸਾਰੀ ਜ਼ਿੰਦਗੀ ਕਿਸਾਨੀ ਦੇ ਹਕੂਕ ਲਈ ਲੜਦਿਆਂ ਲਾਤੀ, ਕਿਸਾਨੀ ਦੇ ਲੇਖੇ ਲਾਤੀ। ਦੇਖੋ, ਜਿਹੜੀਆਂ ਮਹਾਂ ਪੰਚਾਇਤਾਂ ਨੇ ਇੱਕ ਤਰ੍ਹਾਂ ਨਾਲ ਹਰਿਆਣੇ ਦੇ ਵਿੱਚ ਤਾਂ ਹੁਣ ਤੱਕ 4-5 ਹੋ ਚੁੱਕੀਆਂ ਨੇ। ਚਰਖੀ ਦਾਦਰੀ ਵਾਲੀ ਲਾ ਲਓ, ਠੀਕ ਹੈ, ਹੋਰ ਥਾਵਾਂ 'ਤੇ ਹੋ ਗਈ, ਕਰਨਾਲ 'ਚ ਹੋਈ ਹੈ, ਫਿਰ ਰੋਹਤਕ ਹੋ ਚੁੱਕੀ ਹੈ, ਹੁਣ ਉਹਨਾਂ ਦੇ ਪਿੰਡ ਗੜੀ ਸਾਂਪਲਾ ਹੋਈ ਆ। ਪੰਜਾਬ 'ਚ ਹਾਲੇ ਇੱਕੋ ਹੀ ਹੋਈ ਹੈ ਜਿਹੜੀ ਜਗਰਾਵਾਂ 'ਚ ਹੋਈ ਆ, ਔਰ ਸ਼ਾਇਦ ਇੰਨਾ ਵੱਡਾ ਇਕੱਠ ਕਦੀ ਨਹੀਂ ਸੀ ਹੋਇਆ। ਤੇਜਪਾਲ ਜੀ, ਯਕੀਨਨ ਇਹ ਜਿਹੜੀਆਂ ਮਹਾਂ ਪੰਚਾਇਤਾਂ ਹੋ ਰਹੀਆਂ, ਇਹਦੇ 'ਚ ਲੋਕ ਜਿਹੜੇ ਕੋਈ ਹਾਲੇ ਘਰੀਂ ਬੈਠੇ ਸੀਗੇ ਉਹ ਵੀ ਉੱਠ ਕੇ ਆਉਣ ਲੱਗ ਪਏ ਆ। ਜਿਹੜੀ ਸਭ ਤੋਂ ਜ਼ਿਆਦਾ ਖੁਸ਼ੀ ਦੀ ਗੱਲ ਆ, ਉਹਦੇ 'ਚ ਹਰੇਕ ਵਰਗ ਇਹਨਾਂ ਮਹਾਂ ਪੰਚਾਇਤਾਂ ਸ਼ਾਮਲ ਹੋ ਰਿਹਾ। ਇਹ 'ਚ ਇਕੱਲੀ ਕਿਸਾਨੀ ਨਹੀਂ, ਜਿਨ੍ਹਾਂ ਨੂੰ ਦੇਖੋ ਸਾਰੇ ਸਮਾਜ ਨੂੰ ਸੇਕ ਲੱਗਣਾ, ਜਦੋਂ ਮਹਿੰਗਾਈ ਵਧਣੀ ਆ, ਜਦੋਂ ਜਮਾਖੋਰੀ ਹੋਣੀ ਆ, ਜਦੋਂ ਕਾਲਾ ਬਾਜ਼ਾਰੀ ਹੋਣੀ ਆ, ਉਹ 'ਚ ਇਕੱਲੇ ਤੁਸੀਂ ਅਸੀਂ ਜਾਂ ਹਲ ਵਾਹਕ ਨਹੀਂ, ਉਹ 'ਚ ਸਾਰੇ ਹੋਣਗੇ, ਔਰ ਸਾਰੇ ਜਿਹੜੇ ਵਰਗਾਂ ਦੇ ਲੋਕ ਆ ਉਹ ਇਹਨਾਂ ਵਿੱਚ ਸ਼ਾਮਲ ਹੋ ਰਹੇ ਆ। ਇਸ ਕਰਕੇ ਲੱਗਦਾ ਆ ਵੀ ਇੱਕ ਦਿਨ ਇਹ ਜਿਹੜਾ ਕਿਸਾਨ ਅੰਦੋਲਨ ਸਫਲ ਹੋਏਗਾ। ਔਰ ਦੂਸਰਾ ਗਾ, ਲਾਮਬੰਦੀ ਦੀ ਤੁਸੀਂ ਗੱਲ ਕਰਦੇ ਆ, ਲਾਮਬੰਦੀ ਤਾਂ ਇਸ ਵੇਲੇ ਪੂਰੇ ਮੁਲਕ ਵਿੱਚ ਕਿਸਾਨ ਆਗੂ ਕਰ ਰਹੇ ਨੇ। ਮਹਾਰਾਸ਼ਟਰ 'ਚ ਪਹਿਲਾਂ ਹੀ ਇਹਨਾਂ ਦੀ ਪੋਲ ਖੋਲ ਯਾਤਰਾ ਕਿਸਾਨਾਂ ਦੀ ਸਰਕਾਰ, ਕੇਂਦਰ ਸਰਕਾਰ ਨੂੰ ਵੰਗਾਰ ਰਹੇ ਆ, ਪਿੰਡਾਂ ਸ਼ਹਿਰਾਂ 'ਚ ਜਾ ਰਹੇ ਆ। ਸਾਡੇ ਇੱਕ ਜਨ ਚੇਤਨਾ ਕਾਫਲਾ ਮਾਲਵੇ ਤੋਂ ਸ਼ੁਰੂ ਹੁੰਦਾ, ਦੀਨਾ ਕਾਂਗੜ ਤੋਂ, ਉਹ ਪੰਜਾਬ ਦੇ ਵਿੱਚ ਘੁੰਮ ਰਿਹਾ, ਉਹਦੇ ਵਿੱਚ ਬੁੱਧੀਜੀਵੀ ਲੋਕ ਨੇ। ਇਸੇ ਤਰ੍ਹਾਂ ਦੇਸ਼ ਦੇ ਹੋਰ ਸੂਬਿਆਂ ਦੇ ਵਿੱਚ ਲੋਕ ਜਿਹੜੇ ਆ ਉਹ ਹੁਣ ਜਿਹੜੇ ਆ ਚੇਤਨ ਹੋਏ ਨੇ ਔਰ ਅੰਦੋਲਨ ਦਾ ਹਿੱਸਾ ਬਣ ਰਹੇ ਨੇ। ਅੱਛਾ, ਇੱਕ ਪਾਸੇ ਤਾਂ ਲੋਕ ਜੁੜ ਰਹੇ ਆ ਜੀ, ਦੂਜੇ ਪਾਸੇ ਕੁਝ ਬੜਬੋਲੇ ਇਹਨਾਂ ਦੇ BJP ਵਾਲੇ ਆ, ਜਿੱਦਾਂ JP ਦਲਾਲ ਹੁਣੀ ਹੋ ਗਏ, ਅਨਿਲ ਵਿਜ ਹੁਣੀ ਹੋ ਗਏ, ਤੇ ਕੱਲ ਜਿਹੜੀ ਗੜੀ ਸਾਂਪਲਾ 'ਚ ਕਹਿੰਦੇ ਹੋਈ ਆ ਮਹਾਂ ਪੰਚਾਇਤ, ਉਹਦੇ ਵਿੱਚ ਦਲਾਲ ਖਾਪ ਜਿਹੜੀ ਹੈ, ਉਹਨਾਂ ਨੇ JP ਦਲਾਲ ਨੂੰ ਕਹਿ ਦਿੱਤਾ ਵੀ ਇਹ ਸਾਡਾ ਬੰਦਾ ਨਹੀਂ ਜਾਂਦਾ ਜੀ। ਕੀ ਕਹਾਂ ਹੁਣ ਮੈਂ ਉਹੀ ਗੱਲ ਕਰਦਾ ਸੀ ਵੀ ਜਿਨ੍ਹਾਂ ਦੋ ਦਲਾਲ
ਸਾਹਿਬਾਨ ਨੂੰ ਮੈਂ ਜਾਣਦਾ, ਉਹਨਾਂ 'ਚ ਇੱਕ RS ਦਲਾਲ DGP ਹੋਏ ਨੇ ਹਰਿਆਣਾ ਪੁਲਿਸ ਦੇ ਜੀ, ਬਹੁਤ ਨਫਾਸਤ ਵਾਲੇ ਮਨੁੱਖ, ਬੜੀ ਸੱਚੀ ਸੁੱਚੀ ਸ਼ਖਸੀਅਤ ਜੀ। ਔਰ ਇੱਕ ਦਲਾਲ ਸਾਹਿਬ ਉਹ ਫੋਰੈਂਸਿਕ ਸਾਇੰਸਿਸ ਦੇ ਮਾਹਰ ਹੈਗੇ ਨੇ ਔਰ ਆਪਣੇ ਗਵਰਨਮੈਂਟ ਕਾਲਜ ਜਿਹੜਾ ਗਵਰਨਮੈਂਟ ਮੈਡੀਕਲ ਕਾਲਜ ਅੰਮ੍ਰਿਤਸਰ ਆ ਪੰਜਾਬ ਦਾ, ਉੱਥੇ ਉਹ ਪ੍ਰਿੰਸੀਪਲ ਰਹੇ ਨੇ। ਤੇ ਇਹ JP ਦਲਾਲ ਹੁਣੀ ਮੈਨੂੰ ਪਤਾ ਨਹੀਂ ਪਈ ਸ਼ਾਇਦ ਕੋਈ ਕਿਤੇ ਫਰਕ ਹੋਵੇ DNA ਦਾ, ਤਾਂ ਉਹ ਬਹੁਤ ਖਰੀ ਗੱਲ ਹੋਈ ਆ ਭਈ ਉਹਨੂੰ ਮਤਲਬ ਆਪਣੇ ਦਲਾਲ ਖਾਬ 'ਚ ਉਹਨਾਂ ਨੇ ਕੱਢ ਕੇ ਬਾਹਰ ਮਾਰਿਆ ਜੀ। ਤਾਂ ਸੋ ਦੇਖੋ ਜਿਹੜਾ ਇਸ ਵੇਲੇ ਲੋਕਾਂ ਦੀ ਪੈੜ 'ਚ ਪੈੜ ਨਹੀਂ ਰੱਖੂਗਾ, ਲੋਕਾਂ ਦਾ ਦਰਦ ਨਹੀਂ ਵੰਡਾਊਗਾ, ਉਹ ਫਿਰ ਸਮਾਜ ਲਈ ਵੀ ਇਹੋ ਜਿਹੇ ਲੋਕ ਬੋਝ ਹੀ ਹੁੰਦੇ ਹੈਗੇ ਆ, ਧਰਤੀ ਦੇ ਬੋਝ ਹੁੰਦੇ ਆ ਜੀ। ਅੱਛਾ, ਇੱਕ ਚੀਜ਼ ਮੈਂ ਜਿਹੜੀ ਗੱਲ ਦੇਖਦਾ, ਜਿਹੜੇ ਕਾਨੂੰਨ ਬਣੇ ਆ ਜੀ, ਇਹਨਾਂ ਦੀ ਨੀਂਹ ਪੰਜਾਬ 'ਚ ਬਹੁਤ ਪਹਿਲਾਂ ਰੱਖ ਦਿੱਤੀ ਗਈ ਸੀ ਜੀ। ਜੇ ਆਪਾਂ ਬਾਕੀ ਗੱਲਾਂ ਜਿੰਨੀਆਂ ਮਰਜ਼ੀ ਹੋ ਜਾਣ, 2013 'ਚ ਜਿਹੜੀ ਕੰਟਰੈਕਟ ਫਾਰਮਿੰਗ ਲਾ ਹਾਂਜੀ ਇੱਥੇ ਕਾਨੂੰਨ ਬਣਿਆ ਸੀਗਾ, ਉਹ ਇੱਕ ਕਿਸਮ ਨਾਲ ਇਹਦੇ ਲਈ ਧਰਾਤਲ ਬਣਾਉਣ ਦਾ ਹੀ ਮੈਂ ਤਾਂ ਉਹਨੂੰ ਦੇਖਦਾ। ਬਿਲਕੁਲ ਬਿਲਕੁਲ ਠੀਕ ਹੈ, ਉਹ ਬਣਿਆ, ਬਾਦਲ ਸਾਹਿਬ ਲੈ ਕੇ ਆਏ ਉਹਨੂੰ, ਪ੍ਰਕਾਸ਼ ਸਿੰਘ ਬਾਦਲ ਤੇ ਮਨੋਰੰਜਨ ਕਾਲੀਆ ਹੁਣੀ ਉਹਨੂੰ ਸੈਕਿੰਡ ਕੀਤਾ ਤੇ ਉਹਦੀ ਲਾਅ ਬਣ ਗਿਆ। ਉਦੋਂ ਤੋਂ ਲੈ ਕੇ ਤੇ ਉਹ ਮਤਲਬ ਬੜੀਆਂ ਉਹਦੀਆਂ ਸਿਫਤਾਂ ਵੀ ਇਹਨਾਂ ਨੇ ਕੀਤੀਆਂ। ਉਹਦੀ ਅਸਲੀਅਤ ਹੁਣ ਜਾ ਕੇ ਸਾਹਮਣੇ ਆਈ ਹੈ ਤੇ ਹੁਣ ਜਿਹੜੀ ਆਪਣੀ ਸਰਕਾਰ ਹੈ, ਪੰਜਾਬ ਸਰਕਾਰ, ਉਹ ਉਹਨੂੰ ਕੈਂਸਲ ਕਰਨ ਜਾ ਰਹੀ ਹੈ। ਕੱਲ੍ਹ ਜਾਖੜ ਸਾਹਿਬ ਕਹੀ ਜਾਂਦੇ ਸੀ, ਸੁਨੀਲ ਜਾਖੜ ਹੁਣੀ, ਉਹ ਕਹਿੰਦੇ ਵੀ ਅਸੀਂ ਇਹਨੂੰ। ਹਾਂਜੀ, ਇਹ ਬਿਲਕੁਲ ਠੀਕ ਹੈ ਗੱਲ ਵੀ ਜਦੋਂ ਗੱਠਜੋੜ ਸਰਕਾਰ ਸੀ ਅਕਾਲੀ ਭਾਜਪਾ ਦੀ, ਉਦੋਂ ਇਹਨਾਂ ਨੇ ਪੰਜਾਬ ਦੇ ਮਸਲੇ ਨਜਿੱਠਣ ਦੀ ਬਜਾਏ, ਚਾਹੇ ਜੇਲ੍ਹੀ ਡੱਕੇ ਸਜ਼ਾ ਪੂਰੀ ਕਰ ਚੁੱਕੇ ਲੋਕ ਜੇਲ੍ਹਾਂ 'ਚ ਸੜ ਰਹੇ ਹੋਣ, ਚਾਹੇ ਪੰਜਾਬ ਦੇ ਹੋਰ ਮਸਲੇ ਹੋਣ, ਚਾਹੇ ਪਾਣੀਆਂ ਦਾ ਮਸਲਾ ਹੋਵੇ, ਉਦੋਂ ਇਹ ਮੁੱਦੇ ਨਹੀਂ ਉਠਾਏ। ਬੀਬੀ ਹਰਸਿਮਰਤ ਕੌਰ ਹੋਰੀ ਵੀ ਉਦੋਂ ਮਤਲਬ ਅਸਤੀਫਾ ਦਿੰਦੇ ਆ ਕੇਂਦਰੀ ਕੈਬਨਿਟ ਤੋਂ, ਜਦੋਂ ਲੱਗਦਾ ਵੀ ਹੁਣ ਪਾਣੀ ਸਿਰ ਤੋਂ ਲੰਘ ਗਿਆ ਤੇ ਅਕਾਲੀ ਦਲ ਦੀ ਜਿਹੜੀ ਪੁੱਛਗਿੱਛ ਆ ਉਹ 0 ਤੇ ਆ ਗਈ ਆ ਪੰਜਾਬ ਦੇ ਵਿੱਚ, ਹੈ ਨਾ। ਬਿਲਕੁਲ ਇੱਦਾਂ ਆ ਭਈ 2013 'ਚ ਇਹ ਗੱਠਜੋੜ ਸਰਕਾਰ ਨੇ ਐਕਟ ਬਣਾਇਆ ਸੀਗਾ, ਪਰ ਉਹਦੇ ਲਈ ਨਾ ਤਾਂ ਅੱਜ ਤੱਕ ਕੋਈ ਨਿਯਮ ਬਣੇ ਨੇ, ਠੀਕ ਹੈ, ਰੂਲਸ ਐਂਡ ਰੈਗੂਲੇਸ਼ਨਸ, ਨਾ ਹੀ ਕੋਈ ਉਹਦੇ ਲਈ ਕਮਿਸ਼ਨ ਬਣਿਆ ਹੈਗਾ। ਅੱਜ ਤੱਕ ਉਹ ਸਿਰਫ ਇੱਕ ਕਾਗਜ਼ ਦਾ ਟੁਕੜਾ ਆ ਤੇ ਰੱਦੀ ਹੈਗਾ ਹੈ। ਦੂਸਰਾ, ਇਹਨਾਂ ਨੇ ਲਾਗੂ ਨਹੀਂ ਹੋਣ ਦਿੱਤਾ। ਕੱਲ੍ਹ ਸੁਨੀਲ ਜਾਖੜ ਹੋਣੀ ਕਹਿੰਦੇ ਆ ਵੀ ਸਾਡਾ ਇਹ ਵਿਰੋਧ ਕਰਦੇ ਸੀ ਵੀ ਤੁਸੀਂ ਵੀ ਉਦੋਂ ਇੱਥੇ ਹੀ ਸੀਗੇ ਪੰਜਾਬ 'ਚ, ਵੀ ਤੁਸੀਂ ਵਿਰੋਧ ਨਹੀਂ ਕੀਤਾ। ਉਸ ਦਿਨ ਕਿਸੇ ਸਿਲਸਿਲੇ ਦੇ ਵਿੱਚ ਸਾਰੇ ਕਾਂਗਰਸੀਆਂ ਨੂੰ ਵਿਧਾਨ ਸਭਾ 'ਚੋਂ ਬਰਖਾਸਤ ਕੀਤਾ ਹੋਇਆ ਸੀ। ਅੱਛਾ, ਜਿੱਦਣ ਇਹ ਅਕਾਲੀ ਭਾਜਪਾ ਗੱਠਜੋੜ ਕੰਟਰੈਕਟ ਫਾਰਮਿੰਗ ਦਾ ਲਾਅ ਲੈ ਕੇ ਆਈ ਆ, ਕਾਨੂੰਨ ਬਣਿਆ ਜੀ। ਤੇ ਹੁਣ ਕੱਲ੍ਹ ਉਹਨਾਂ ਨੇ ਬਿਆਨ ਦਿੱਤਾ ਵੀ ਮੈਂ ਕੈਪਟਨ ਸਾਹਿਬ ਦੇ ਨਾਲ ਸਲਾਹ ਕਰਕੇ ਬਜਟ ਸੈਸ਼ਨ ਦੇ ਵਿੱਚ ਉਹਨੂੰ ਰੱਦ ਕਰਨ ਲੱਗੇ ਨੇ। ਠੀਕ ਹੈ। ਤੇ ਕਈ ਵਾਰੀ ਮੈਂ ਦੇਖਦਾ ਹੁੰਦਾ ਵੀ ਕਾਂਗਰਸ ਜਿਹੜੀ ਆ ਕਿਤੇ ਕਿਤੇ ਦਲੇਰੀ ਵਾਲੇ ਕੰਮ ਕਰਦੀ ਹੈ। ਜਿੱਦਾਂ ਪਹਿਲਾਂ ਰਾਜਾ ਸਾਹਿਬ ਨੇ ਪਾਣੀਆਂ ਬਾਰੇ ਪਾਸ ਕਰ ਦਿੱਤਾ ਸੀ ਮਤਾ ਵੀ ਅਸੀਂ ਨਹੀਂ ਦੇਣਾ ਪਾਣੀ, ਜਾਓ ਜੋ ਕਰਨਾ ਕਰ ਲਓ, ਠੀਕ ਹੈ। ਹੁਣ ਜੇ ਇਹ ਕਰਦੇ ਆ ਤਾਂ ਕਿਤੇ ਕਿਤੇ ਜਿਹੜੀ ਲੱਗਦਾ ਆ ਵੀ ਹੁਣ ਕਾਂਗਰਸ ਕੋਲ ਵੀ ਜ਼ਮੀਨ ਹੈ ਨਹੀਂ, ਸੱਚ ਪੁੱਛੋ ਤਾਂ ਸਿਆਸੀ, ਤਾਂ ਥੋੜ੍ਹਾ ਬਹੁਤ ਆਧਾਰ ਜ਼ਰੂਰ ਬਣ ਸਕਦਾ, ਲੋਕਾਂ 'ਚ ਗੱਲ ਰੱਖਣ ਜੋਗੇ ਹੋ ਜਾਣਗੇ। ਤੁਸੀਂ ਕਹਿੰਦੇ ਸਿਆਸੀ ਜ਼ਮੀਨ ਹੈ ਨਹੀਂ, ਅੱਜ ਜਿਹੜੇ ਇਲੈਕਸ਼ਨ ਰਿਜ਼ਲਟ ਆ ਰਹੇ ਲੋਕਲ ਬਾਡੀਜ਼ ਦੇ, ਤੇ ਕਾਂਗਰਸੀ ਮਾਰ ਭੰਗੜੇ ਪਾ ਉਹਨਾਂ ਦੇ ਗਿੱਟੇ ਬਾਹਰ ਨਿਕਲਣ ਨੂੰ ਫਿਰਦੇ ਆ। ਉਹ ਇੱਦਾਂ ਆ ਭਈ ਭਾਜਪਾ ਅਕਾਲੀ ਦਲ ਦਾ ਤਾਂ ਤਕਰੀਬਨ ਭੋਗ ਪੈ ਗਿਆ ਇਹਨਾਂ ਚੋਣਾਂ ਦੇ ਵਿੱਚ, ਨਗਰ ਪੰਚਾਇਤਾਂ ਦੇ ਵਿੱਚ ਜਾਂ ਜੋ ਵੀ ਆ ਨਗਰਪਾਲਿਕਾਵਾਂ 'ਚ, ਤਾਂ ਜਿਹੜੇ ਹੁਣ ਤੱਕ ਦੇ ਰਿਜ਼ਲਟ ਆਏ ਆ, ਕਾਂਗਰਸ ਬਹੁਮਤ ਵਿੱਚ ਆ। ਤੁਸੀਂ ਜਾਣਦੇ ਆ ਤੇਜਪਾਲ ਜੀ ਵੀ ਜਿਹੜੀ ਹਾਕਮ ਧਿਰ ਹੁੰਦੀ ਆ ਨਾ, ਉਹ ਫਿਰ ਮੈਨੀਪੂਲੇਟ ਵੀ ਕਰਦੀ ਆ। ਕਿੰਨੀ ਥਾਈਂ ਵਧੀਕੀਆਂ ਹੋਈਆਂ, ਕਿੱਥੇ ਬੂਥ ਕੈਪਚਰਿੰਗ, ਕਿੱਥੇ ਇੱਟਾਂ ਰੋੜੇ, ਨਾਮਜ਼ਦਗੀਆਂ ਨਹੀਂ ਦਾਖਲ ਹੋਣ ਦਿੱਤੀਆਂ, ਵੀਡੀਓਜ਼ ਆ ਰਹੀਆਂ ਜਿਨ੍ਹਾਂ ਦੇ ਵਿੱਚ ਗੋਲੀਆਂ ਚੱਲ ਰਹੀਆਂ। ਹਾਂਜੀ, ਔਰ ਪੁਲਿਸ ਲਾਗੇ ਤੁਰੀ ਫਿਰਦੀ। ਤੇ ਭਾਜਪਾ ਦਾ ਤੁਹਾਨੂੰ ਪਤਾ ਹੀ ਆ ਵੀ ਸਭ ਤੋਂ ਜ਼ਿਆਦਾ ਵਿਰੋਧ ਹੋ ਰਿਹਾ, ਤਾਂ ਕਿਤੇ ਕਿਤੇ ਟਾਵੀਂ ਕੋਈ ਸੀਟ ਮਿਲੀ ਵੀ ਆ, ਠੀਕ ਆ। ਅਕਾਲੀ ਵੀ ਇਸੇ ਤਰ੍ਹਾਂ, ਆਪ ਵਾਲੇ ਵੀ, ਆਜ਼ਾਦ ਬਹੁਤੇ ਜਿੱਤੇ ਨੇ ਜਾਂ ਕਾਂਗਰਸ ਵਾਲੇ ਜਿੱਤੇ ਆ। ਤੇ ਆਜ਼ਾਦ ਜਿਹੜੇ ਜਿੱਤਦੇ ਆ ਉਹ ਹਾਕਮ ਧਿਰ ਦਾ ਹੀ ਪੱਖ ਪੂਰਦੇ ਹੁੰਦੇ ਆ, ਬਾਈ ਐਂਡ ਲਾਰਜ ਮਨਾ ਲੈਂਦੇ ਆ, ਮਤਲਬ ਲੁਭਾਉਣੇ ਵਾਅਦੇ ਕਰਦੇ ਆ ਉਹਨਾਂ ਦੇ ਨਾਲ। ਸੋ ਕੁੱਲ ਮਿਲਾ ਕੇ ਦੇਖੋ, ਕਾਂਗਰਸ ਜਿਹੜੀ ਆ ਉਹ ਬਹੁਮਤ ਵਿੱਚ ਆਈ ਹੈਗੀ ਆ। ਤਾਂ ਕਿਤੇ ਕਿਤੇ ਦੇਖੋ, ਕਹਿੰਦੇ ਹੁੰਦੇ ਆ, ਪਿਛਲੇ ਦਿਨ ਇੱਕ ਸੀਨੀਅਰ ਪੱਤਰਕਾਰ ਕਹਿ ਰਹੇ ਸੀ ਵੀ ਭਾਈ ਵੋਟ ਪਾਉਣ ਜ਼ਰੂਰ ਚਾਹੋ, ਐਤਕੀ ਵੋਟ ਪਰਸੈਂਟੇਜ ਵੀ ਬਹੁਤ ਹੋਈ ਆ। ਔਰ ਉਹਨਾਂ ਨੇ ਕਿਹਾ ਸੀਗਾ ਵੀ ਜੇ ਸਾਰੇ ਚੋਰ ਆ ਤੇ ਥੋੜਾ ਜਿਹੜਾ ਘੱਟ ਚੋਰ ਲੱਗਦਾ ਉਹਨੂੰ ਪਾ ਦਿਓ, ਤੇ ਜੇ ਉਹਨੂੰ ਨਹੀਂ ਪਾਉਣੀ ਤਾਂ ਫਿਰ ਕਹਿੰਦੇ ਇੱਕ ਨੋਟਾਂ ਦਾ ਬਟਨ ਆ ਵੀ ਇਹਨਾਂ 'ਚ ਸਾਨੂੰ ਕੋਈ ਵੀ ਪਰਵਾਹ ਨਹੀਂ, ਘੱਟੋ ਘੱਟ ਉਹ ਦੱਬਿਆ ਹੋ ਨਾ, ਤਾਂ ਕਿ ਲੋਕ ਮਤਲਬ ਸਰਕਾਰ ਤੱਕ ਆਵਾਜ਼ ਤਾਂ ਪਹੁੰਚੇ। ਸੋ ਬਿਨਾਂ ਸ਼ੱਕ ਜਿਹੜੀ ਬਹੁਮਤ ਆ, ਕਾਂਗਰਸ ਬਹੁਮਤ ਵੱਲ ਜਾ ਰਹੀ ਹੈ ਜੀ। ਅੱਛਾ, ਰਾਮ ਮੰਦਿਰ ਬਣਨਾ
ਉਹਦੇ ਲਈ ਫੰਡਸ ਇਕੱਠੇ ਹੋ ਰਹੇ ਆ ਤੇ ਉਹ ਜਿਹੜੇ ਫੰਡਸ ਇਕੱਠੇ ਕਰ ਰਹੇ ਆ, ਕਰਨਾਟਕਾ ਦੇ ਵਿੱਚ ਇੱਕ ਨਵੀਂ ਗੱਲ ਸੁਣਨ ਨੂੰ ਮਿਲੀ ਹੈ। ਉੱਥੇ ਜਿਹੜੇ ਐਕਸ CM ਆ ਕੁਆਰਾ ਸਵਾਮੀ ਹੁਣੀ, ਉਹਨਾਂ ਨੇ ਇਹ ਗੱਲ ਬਾਹਰ ਕੱਢੀ ਆ। ਕਹਿੰਦੇ ਉਹ ਜਿਹੜੇ ਫੰਡਸ ਲੈ ਕੇ ਉਹ ਨਿਸ਼ਾਨੀਆਂ ਲਾ ਰਹੇ ਆ, ਜਿਹੜੇ ਲੋਕੀ ਨਹੀਂ ਫੰਡ ਦੇ ਰਹੇ ਉਹਨਾਂ ਦੇ ਘਰਾਂ ਦੇ ਬਾਹਰ। ਤੇ ਜਿਵੇਂ ਇਹ ਤਾਂ ਫਿਰ ਉਹ ਹਿਸਟਰੀ ਰਿਪੀਟਸ ਇਟਸੈਲਫ ਵਾਲੀ ਗੱਲ ਨਹੀਂ ਹੋ ਗਈ, ਨਾਜ਼ੀਆਂ ਵਾਲਾ ਸਮਾਂ ਨਹੀਂ ਆ ਰਿਹਾ। ਜਿਹੜੀਆਂ ਨਾ ਹਿਸਟਰੀ 'ਚ ਦੋ ਤਾਕਤਾਂ ਕੰਮ ਕਰਦੀਆਂ, ਸੈਂਟਰੀਫਿਊਗਲ, ਸੈਂਟਰੀਪੀਟਲ। ਬਿਲਕੁਲ। ਕਿਤੇ ਕਿਤੇ ਘਟਨਾਵਾਂ ਫੈਲਦੀਆਂ, ਕਿਤੇ ਕਿਤੇ ਘਟਨਾਵਾਂ ਸੁੰਗੜਦੀਆਂ। ਇਤਿਹਾਸ ਨਾਲ ਇੱਦਾਂ ਹੁੰਦਾ ਹੈਗਾ ਜੀ। ਅੱਜ ਦਾ ਇਤਿਹਾਸ ਕਈ ਵਾਰੀ ਕੱਲ੍ਹ ਨੂੰ ਮਿਥਿਹਾਸ ਬਣ ਜਾਂਦਾ ਜੀ। ਮਿਥਿਹਾਸ ਆਉਣ ਵਾਲੇ ਸਮੇਂ 'ਚ ਇਤਿਹਾਸ ਲੱਗਣ ਲੱਗ ਪੈਂਦਾ। ਬਿਲਕੁਲ। ਜੋ ਕੁਛ ਇਹ ਕਰ ਰਹੇ ਆ, ਮੈਨੂੰ ਫਿਰ ਉਹ ਜਿਵੇਂ ਤੁਸੀਂ ਗੱਲ ਕਰਦੇ ਹੁੰਦੇ ਆ ਵੀ ਨਾਜ਼ੀ ਜਰਮਨੀ ਵਾਲਿਆਂ 'ਚ ਤੇ ਇਹਨਾਂ 'ਚ ਕੋਈ ਫਰਕ ਨਹੀਂ ਰਹਿ ਗਿਆ। ਬਿਲਕੁਲ। ਵੀ ਉਹਨਾਂ ਘਰਾਂ 'ਤੇ ਨਿਸ਼ਾਨ ਦੇਖੋ। ਖਦਸ਼ਾ ਕੀ ਆ ਵੀ ਇਹਨਾਂ ਨੂੰ ਕੱਲ੍ਹ ਨੂੰ ਕੋਈ ਗੱਲ ਹੁੰਦੀ ਆ, ਕੋਈ ਦੰਗੇ ਫਸਾਦ ਹੁੰਦੇ ਆ ਤਾਂ ਉਹਨਾਂ ਘਰਾਂ ਨੂੰ ਟਾਰਗੇਟ ਕਰਨਗੇ। ਬਿਲਕੁਲ। ਠੀਕ ਹੈ। ਦੂਸਰੀ UK ਦੇ ਵਿੱਚ ਮੈਂ ਵੇਖਿਆ ਵੀ ਇੰਗਲੈਂਡ ਜਾਂ ਵੇਲਸ ਵਾਲਾ ਪਾਸਾ ਹੋਵੇ ਜਾਂ ਜਿਹੜਾ ਮਰਜ਼ੀ ਮਤਲਬ ਸਕਾਟਲੈਂਡ ਹੋਵੇ, ਜਿਹਨਾਂ ਤੋਂ ਦਾਨ ਮੰਗਣ ਜਾਂਦੇ ਆ ਨਾ ਕ੍ਰਿਸਚੀਅਨ ਚੈਰਿਟੀਜ਼ ਜਿਹੜੀਆਂ ਆ, ਬਿਲਕੁਲ, ਉਹ ਉਹਨਾਂ ਘਰਾਂ ਦਾ ਆਪਣੇ ਰਿਕਾਰਡ 'ਚ ਰੱਖਦੇ ਆ। ਉੱਥੇ ਨਿਸ਼ਾਨੀ ਨਹੀਂ ਲਾਉਂਦੇ। ਰਿਕਾਰਡ 'ਚ ਕਿਉਂ ਰੱਖਦੇ ਆ? ਉਹਨਾਂ ਕੋਲ ਬਾਰ-ਬਾਰ ਜਾਂਦੇ ਆ, ਵੀ ਸ਼ਾਇਦ ਉਹਨਾਂ ਦਾ ਕਦੀ ਦਿਲ ਜਿੱਤ ਲੈਣਗੇ। ਸਾਡੇ ਇੱਥੇ ਉਲਟ ਹੋ ਰਿਹਾ। ਸਾਡੇ ਇੱਥੇ ਨਿਸ਼ਾਨੀਆਂ ਲਾਈਆਂ ਜਾ ਰਹੀਆਂ ਘਰਾਂ 'ਤੇ ਹੀ। ਬਿਲਕੁਲ। ਰਿਕਾਰਡ ਦਾ ਕੀ ਰੱਖਣਾ ਭਈ ਕਦੀ ਮੌਕਾ ਮਿਲੇ ਤਾਂ ਉਹਨਾਂ ਨੂੰ ਫਿਰ ਸਬਕ ਸਿਖਾਵਾਂਗੇ। ਸਬਕ ਭਾਜਪਾ RSS ਵਾਲੇ ਕਿਹੜਾ ਸਿਖਾਉਂਦੇ ਆ, ਉਹ ਆਪਾਂ ਨੂੰ ਸਾਰਿਆਂ ਨੂੰ ਪਤਾ, ਉਹ ਰਿਪੀਟ ਕਰਨ ਦੀ ਲੋੜ ਨਹੀਂ ਜੀ। ਅੱਜ ਦੇ ਪ੍ਰੋਗਰਾਮ 'ਚ ਇੰਨਾ ਹੀ। ਅਗਲੇ ਪ੍ਰੋਗਰਾਮ ਤੱਕ ਇਜਾਜ਼ਤ ਦਿਓ। ਸੱਤੀ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ।